सो जिन्नी देर ये हुण CB अपनी टास्क फोर्स अपनी रिपोर्ट तैयार करती है उन्नी देर हुण रोक लग गई है। हुण ये टास्क फोर्स महीने लाए जां साल लाए ये हुण सरकार दे हत्थ च है। सो बेसिकली जे सरकार ने टालना होवे क्राइसिस नूं ते टास्क फोर्स साल भी ला सकती है ते जे जल्दी निबेड़ा करना होए तो कुछ महीने च भी रिपोर्ट दे सकती है। कि जे हुण मान लिया कोई स्टूडेंट है ਉਹ ਇੱਥੇ ਆ ਕੇ ਉਹਨੇ ਆਪਣੀ ਪੜ੍ਹਾਈ ਪੂਰੀ ਕੀਤੀ ਹੈ, ਉਹਦਾ ਬਾਕੀ ਸਾਰਾ ਵਰਤੋਂ ਵਿਹਾਰ ਸਹੀ ਹੈ, ਉਹ ਕੰਮ ਕਰ ਰਿਹਾ, ਉਹ ਟੈਕਸ ਦੇ ਰਿਹਾ ਤੇ ਉਹਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ ਤਾਂ ਕੁਦਰਤੀ ਹੈ ਕਿ ਇਹ ਉਹਨੂੰ ਇੱਕ ਵੱਖਰੀ ਨਜ਼ਰ ਨਾਲ ਦੇਖਿਆ ਜਾਊਗਾ। ਹਾਂ, ਪਰ ਜੇ ਕੋਈ ਆਇਆ ਹੈ ਤੇ ਉਹਨੇ ਆ ਕੇ ਪੜ੍ਹਾਈ ਕੋਈ ਨਹੀਂ ਕੀਤੀ, ਆਉਣ ਸਾਰੀ ਉਹਨੇ ਕੁਛ ਹੋਰ ਕੰਮ ਸ਼ੁਰੂ ਕਰ ਲਏ, ਕੋਈ LMI ਖਰੀਦ ਲਈ ਜਾਂ ਉਸਨੇ ਉਹਦੇ ਖਿਲਾਫ ਕੋਈ ਕ੍ਰਿਮੀਨਲ ਚਾਰਜਸ ਲੱਗੇ ਹੋਏ ਨੇ, ਉਸ ਤਰ੍ਹਾਂ ਦੇ ਸਟੂਡੈਂਟਸ ਵਾਸਤੇ ਜ਼ਰੂਰ ਪ੍ਰੋਬਲਮ ਹੋਏਗੀ। ਸਾਡੀ ਨੌਲੇਜ ਵਿੱਚ ਇਹ ਚੀਜ਼ ਆਈ ਹੈ ਕਿ ਕੁਝ ਬੱਚੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਡਿਪੋਰਟੇਸ਼ਨ ਆਰਡਰ ਉਹਨਾਂ ਨੂੰ ਮਿਲਿਆ ਹੈ, ਕਈ ਆਪਣੀ ਮਰਜ਼ੀ ਨਾਲ ਵੀ ਆਲਰੇਡੀ ਦੇਸ਼ ਛੱਡ ਕੇ ਚਲੇ ਗਏ ਨੇ। ਸੋ ਜਿਹੜੇ ਬੱਚੇ ਚਲੇ ਗਏ ਨੇ ਤੇ ਇਹ ਜਿਹੜਾ ਨਵਾਂ ਹੁਣ ਲਾਅ ਆਏਗਾ, ਟਾਸਕ ਫੋਰਸ ਜਿਹੜਾ ਹੈ ਨਵੇਂ ਜਾਂਚ ਬਣੇਗੀ, ਇਹਦੇ ਨਾਲ ਜਿਹੜੇ ਬੱਚੇ ਆਲਰੇਡੀ ਜਾ ਚੁੱਕੇ ਨੇ ਉਹਨਾਂ 'ਤੇ ਕੀ ਅਸਰ ਪਏਗਾ? ਕੈਨੇਡਾ ਵਿੱਚ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਰਹਿ ਰਹੇ ਨੇ ਅਤੇ ਡਿਪੋਰਟੇਸ਼ਨ ਆਰਡਰਸ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਲਈ ਇੱਕ ਵੱਡੀ ਰਾਹਤ ਦੀ ਖਬਰ ਦਾ ਐਲਾਨ ਸ਼ੌਨ ਫਰੇਜ਼ਰ ਜਿਹੜੇ ਸਾਡੇ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੇ ਅੱਜ ਕੀਤਾ ਹੈ। ਕੀ ਹੈ ਇਹ ਅਨਾਉਂਸਮੈਂਟ? ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਿਮੂਵਲ ਆਰਡਰਸ ਦਾ ਜਿਹੜੇ ਬੱਚੇ ਇਸ ਟਾਈਮ ਸਾਹਮਣਾ ਕਰ ਰਹੇ ਨੇ ਉਹਨਾਂ ਨੂੰ ਟੈਂਪਰੇਰੀ ਸਟੇ ਦਾ ਐਲਾਨ ਕੀਤਾ ਗਿਆ ਹੈ। ਇਹ ਕੀ ਅਨਾਉਂਸਮੈਂਟ ਹੈ, ਟੈਂਪਰੇਰੀ ਸਟੇ ਤੋਂ ਕੀ ਮਤਲਬ ਹੈ, ਇਸ ਬਾਰੇ ਡਿਸਕਸ਼ਨ ਦੇ ਲਈ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਸਾਡੇ ਨਿਊਜ਼ ਡਾਇਰੈਕਟਰ ਸ਼ਮੀਲ ਜਸਵੀਰ ਜੀ। ਸ਼ਮੀਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਹਾਂ ਕੀ ਖਾਸ ਅਨਾਉਂਸਮੈਂਟ ਕੀਤੀ ਹੈ ਤੇ ਉਹਨਾਂ ਨੇ ਕਿਹਾ ਟੈਂਪਰੇਰੀਲੀ ਸਟੇ ਅਸੀਂ ਦੇਵਾਂਗੇ, ਇਹਦਾ ਕੀ ਮਤਲਬ ਹੈ? ਨਹੀਂ, ਇਹ ਟੈਂਪਰੇਰੀ ਹਾਲਟ ਤੁਸੀਂ ਕਹਿ ਸਕਦੇ ਹੋ। ਓਕੇ। ਸੋ ਬੇਸਿਕਲੀ ਕਿ ਜਿਨ੍ਹਾਂ ਦਾ ਵੀ ਪ੍ਰੋਸੈਸ ਇਸ ਵੇਲੇ ਚੱਲਿਆ ਹੋਇਆ ਅਲੱਗ-ਅਲੱਗ ਸਟੇਜਸ 'ਤੇ ਨੇ, ਜਿਵੇਂ 2 ਨੂੰ ਰਿਮੂਵਲ ਆਰਡਰ ਜਿਹੜੇ ਡਿਪੋਰਟੇਸ਼ਨ ਆਰਡਰ ਹੋ ਗਏ ਨੇ, ਕਈ ਜਿਹੜੇ ਉਹ ਸਾਰੇ ਪ੍ਰੋਸੈਸ ਦੇ ਕਿਸੇ ਹੋਰ ਸਟੇਜ 'ਤੇ ਨੇ। ਸੋ ਕਿਉਂਕਿ ਅਲੱਗ-ਅਲੱਗ ਸਟੇਜ ਹੈ, ਸੋ ਸਾਰੇ ਪ੍ਰੋਸੈਸ ਨੂੰ ਰੋਕ ਕੇ ਉਹ ਹਾਲਟ ਉਹਨੂੰ ਬ੍ਰੇਕ ਲਾ ਦਿੱਤੀ ਗਈ ਹੈ। ਕਹਿਣ ਦਾ ਮਤਲਬ ਇਹ ਹੈ ਤੇ ਇੱਕ ਟਾਸਕ ਫੋਰਸ ਬਣਾਈ ਗਈ ਹੈ ਜੀ। ਟਾਸਕ ਫੋਰਸ ਦੇ ਵਿੱਚ IRCC ਦੇ ਅਫੀਸ਼ੀਅਲ ਹੋਣਗੇ, ਇਸੇ ਤਰ੍ਹਾਂ CBSA ਦੇ ਅਫੀਸ਼ੀਅਲ ਹੋਣਗੇ। ਉਹ ਸਾਰੇ ਹੀ ਜਿੰਨੇ ਵੀ ਕੇਸ ਨੇ, ਜਿੰਨੇ ਵੀ ਕੇਸ ਆਏ ਸੀ, ਜਿਹੜੀ ਪਹਿਲਾਂ ਦੀ CBSA ਦੀ ਇਨਵੈਸਟੀਗੇਸ਼ਨ ਹੈ, ਜਿਨ੍ਹਾਂ ਦੇ ਉੱਤੇ ਫਿਰ ਫਰਦਰ ਉਹ ਕਾਰਵਾਈ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇਹ ਟਾਸਕ ਫੋਰਸ ਪ੍ਰਾਇਓਰਿਟੀ 'ਤੇ ਸਟੱਡੀ ਕਰੇਗੀ ਜੀ ਤੇ ਉਹਦੇ ਆਧਾਰ ਦੇ ਉੱਤੇ ਫੈਸਲਾ ਲਿਆ ਜਾਊਗਾ। ਜੋ ਮਿਨਿਸਟਰ ਨੇ ਕਿਹਾ ਉਹਦੇ ਮੁਤਾਬਕ ਜਿੰਨੀ ਦੇਰ CBSA ਦੀ ਇਹ ਟਾਸਕ ਫੋਰਸ ਹੈ ਇਹਨਾਂ ਕੇਸਾਂ ਨੂੰ ਕੇਸ ਬਾਏ ਕੇਸ ਸਟੱਡੀ ਕਰਦੀ ਹੈ ਜੀ, ਉਨੀ ਦੇਰ ਕਿਸੇ ਵੀ ਤਰ੍ਹਾਂ ਦੇ ਰਿਮੂਵਲ ਆਰਡਰ ਦੇ ਉੱਤੇ ਹਾਲਟ ਲੱਗ ਗਿਆ, ਬ੍ਰੇਕ ਲੱਗ ਗਈ ਹੈ। ਸੋ ਜਿਵੇਂ ਹੁਣ 2-3 ਸਾਹਮਣਾ ਕਰ ਰਹੇ ਸੀ, 2 ਨੂੰ ਆਲਰੇਡੀ ਹੋ ਚੁੱਕੇ ਆ, ਕਈਆਂ ਨੂੰ ਡੇਟਸ ਮਿਲੀਆਂ ਹੋਈਆਂ ਸੀ, ਹਾਂ ਕਈ ਨੇੜੇ ਤੇੜੇ ਹੋਣਗੇ, ਸੋ ਉਹਨੂੰ ਬ੍ਰੇਕ ਲੱਗ ਗਈ ਹੈ। ਸੋ ਜਿੰਨੀ ਦੇਰ ਇਹ ਹੁਣ CB ਆਪਣੀ ਟਾਸਕ ਫੋਰਸ ਆਪਣੀ ਰਿਪੋਰਟ ਤਿਆਰ ਕਰਦੀ ਹੈ ਉਨੀ ਦੇਰ ਹੁਣ ਰੋਕ ਲੱਗ ਗਈ ਹੈ। ਹੁਣ ਇਹ ਟਾਸਕ ਫੋਰਸ ਮਹੀਨੇ ਲਾਏ ਜਾਂ ਸਾਲ ਲਾਏ ਇਹ ਹੁਣ ਸਰਕਾਰ ਦੇ ਹੱਥ 'ਚ ਹੈ। ਸੋ ਬੇਸਿਕਲੀ ਜੇ ਸਰਕਾਰ ਨੇ ਟਾਲਣਾ ਹੋਵੇ ਕ੍ਰਾਈਸਿਸ ਨੂੰ ਤੇ ਇਹ ਟਾਸਕ ਫੋਰਸ ਸਾਲ ਵੀ ਲਾ ਸਕਦੀ ਹੈ ਤੇ ਜੇ ਕੋਈ ਜਲਦੀ ਨਿਬੇੜਾ ਕਰਨਾ ਹੋਏ ਤੇ ਕੁਝ ਮਹੀਨੇ 'ਚ ਵੀ ਰਿਪੋਰਟ ਦੇ ਸਕਦੀ ਹੈ ਜੀ। ਤੇ ਉਹਨਾਂ ਨੇ ਐਗਜ਼ੈਕਟਲੀ ਕੋਈ ਟਾਈਮਲਾਈਨ ਨਹੀਂ ਦੱਸੀ ਕਿ 1 ਬਾਈ 1 ਕੇਸਿਸ ਦੀ ਟਾਈਮਲਾਈਨ ਕੀ ਹੋਊਗੀ, ਕਦੋਂ ਤੱਕ ਹੋਏਗਾ? ਦੇਖੋ, ਟਾਈਮਲਾਈਨ ਕੋਈ ਨਹੀਂ। ਮੇਰੀ ਵੈਸੇ ਕਿਸੇ ਜਿਹੜੇ ਕਿਸੇ MP ਨਾਲ ਗੱਲ ਹੋਈ ਸੀ, ਉਹ ਕਹਿ ਰਹੇ ਸੀ ਕਿ ਕੁਝ ਮਹੀਨਿਆਂ ਦੇ ਵਿੱਚ ਹੀ ਉਹਨਾਂ ਦਾ ਇਰਾਦਾ ਹੈ ਕਿ ਇਹ ਆਪਣੀ ਰਿਪੋਰਟ ਮੁਕੰਮਲ ਕਰ ਲਵੇ ਜੀ ਤੇ ਉਹਦੇ ਆਧਾਰ ਦੇ ਉੱਤੇ ਮਿਨਿਸਟਰ ਨੇ ਜੋ ਗੱਲ ਕਹੀ ਹੈ ਉਹਦੇ 'ਚ ਫੈਸਲਾ ਇਸ ਆਧਾਰ 'ਤੇ ਹੋਊਗਾ। ਇਹ ਕੋਈ ਬਲੈਂਕਟ ਕੋਈ ਪਾਰਡਨ ਨਹੀਂ ਹੈ, ਕੋਈ ਇਹ ਨਹੀਂ ਹੈ ਕਿ ਸਾਰਿਆਂ ਨੂੰ ਮਾफ़ ਕੀਤਾ ਜਾ ਰਿਹਾ ਜਾਂ ਜਿਵੇਂ ਕਹਿੰਦੇ ਸੀ ਕਿ ਸਾਰਿਆਂ ਨੂੰ PR ਦੇਣ ਵਾਲੀ, ਇਹੋ ਜਿਹੀ ਕੋਈ ਸ਼ਬਦ ਮਿਨਿਸਟਰ ਨੇ ਯੂਜ਼ ਨਹੀਂ ਕੀਤਾ। ਸਿੰਪਲੀ ਇਹ ਕਿਹਾ ਕਿ ਕੇਸ ਟੂ ਕੇਸ ਬੇਸਿਸ ਦੇ ਉੱਤੇ, ਕੇਸ ਬਾਏ ਕੇਸ ਬੇਸਿਸ ਦੇ ਉੱਤੇ ਜਿਹੜੇ ਕਿਸੇ ਵੀ ਤਰ੍ਹਾਂ ਮਤਲਬ ਦੋਸ਼ੀ ਪਾਏ ਜਾਂਦੇ ਨੇ ਕਿ ਉਹਨਾਂ ਨੂੰ ਫਰਾਡ ਦਾ ਪਤਾ ਸੀ ਜੀ, ਕਿਸੇ ਤਰ੍ਹਾਂ ਵੀ ਉਹ ਇਨਵੋਲਵ ਸੀਗੇ, ਉਹਨਾਂ ਦੇ ਖਿਲਾਫ ਤੇ ਕਾਰਵਾਈ ਹੋਏਗੀ। ਪਰ ਜਿਹੜੇ ਸਟੂਡੈਂਟ ਇਨੋਸੈਂਟ ਨੇ, ਜਿਹੜੇ ਵਿਕਟਮ ਨੇ, ਜਿਨ੍ਹਾਂ ਨੂੰ ਨਹੀਂ ਸੀ ਪਤਾ ਕਿ ਸਾਨੂੰ ਜਿਹੜਾ ਲੈਟਰ ਦਿੱਤਾ ਗਿਆ ਉਹ ਫੇਕ ਲੈਟਰ ਹੈ ਜਾਂ ਹੋਰ ਕਿਸੇ ਵੀ ਲੈਵਲ ਦੇ ਉੱਤੇ ਕੋਈ ਫਰਾਡ ਹੋਇਆ, ਉਹਨਾਂ ਨੂੰ ਉਹਨਾਂ ਦੇ ਆਧਾਰ ਦੇ ਉੱਤੇ ਦੇਖਿਆ ਜਾਊਗਾ। ਮਤਲਬ ਉਹਨਾਂ ਨੂੰ ਇਨੋਸੈਂਟ ਸਮਝ ਕੇ ਟ੍ਰੀਟ ਕੀਤਾ ਜਾਊਗਾ ਤੇ ਜੇ ਕਿਸੇ ਦੀ ਇਨਵੋਲਵਮੈਂਟ ਪਾਈ ਗਈ ਉਹਦੇ ਖਿਲਾਫ ਕਾਰਵਾਈ ਹੋਏਗੀ ਜੀ। ਤੇ ਫਿਲਹਾਲ ਇਹ ਜਾਂਚ ਮੁਕੰਮਲ ਹੋਣ ਤੱਕ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ। ਉਨੀ ਦੇਰ ਤੱਕ ਇਹ ਮਤਲਬ ਉਹਨਾਂ ਨੂੰ ਜਿਹੜੀ ਜਿਨ੍ਹਾਂ ਨੂੰ ਡਿਪੋਰਟ ਕਰਨ ਦੇ ਆਰਡਰ ਹੋ ਚੁੱਕੇ ਸੀ ਉਹ ਰੁਕ ਜਾਣਗੇ। ਸੋ ਪ੍ਰੈਕਟੀਕਲੀ ਕੀ ਮੈਂ ਸਮਝਦਾ ਇਹਦਾ ਮਤਲਬ ਕੁਝ ਵੀ ਨਹੀਂ ਹੈ, ਜੋ ਕੁਝ ਪਹਿਲਾਂ ਸੀ ਉਹੀ ਹੈ।
ਪਰ ਹੁਣ ਹੈ ਕਿ ਸਾਰੇ ਕਾਸੇ ਵਾਸਤੇ ਇੱਕ ਟਾਸਕ ਫੋਰਸ ਬਣਾ ਦਿੱਤੀ ਗਈ ਹੈ ਤੇ ਟਾਸਕ ਫੋਰਸ ਮੈਨੂੰ ਲੱਗਦਾ ਹੈ ਕਿ ਗਵਰਨਮੈਂਟ ਨੂੰ ਟਾਈਮ ਦੇ ਦਿੰਦੀ ਹੈ ਜੀ ਕਿ ਮਾਮਲੇ ਨੂੰ ਫਿਲਹਾਲ ਵਾਸਤੇ ਲਮਕਾਉਣਾ, ਕਿਉਂਕਿ ਇੱਕ ਕ੍ਰਾਈਸਿਸ ਖੜਾ ਹੋਇਆ, ਉਹ ਧਰਨਾ ਲਾ ਰਹੇ ਨੇ, ਪੋਲੀਟੀਕਲ ਇਸ਼ੂ ਵੀ ਬਣਿਆ ਹੋਇਆ। ਸੋ ਇੱਕ ਕਿਸਮ ਦਾ ਇਹ ਮਸਲਾ ਹੁਣ ਲਮਕ ਗਿਆ ਤੇ ਇਹਦੇ 'ਚ ਇਹਦਾ ਮਤਲਬ ਇਹ ਨਹੀਂ ਕਿ ਕੋਈ ਜ਼ਰੂਰ ਕਾਰਵਾਈ ਕੀਤੀ ਜਾਏਗੀ। ਮੈਨੂੰ ਲੱਗਦਾ ਹੈ ਕਿ ਹੁਣ ਇਹਦੇ 'ਚ ਜਦੋਂ ਇਹ ਲਮਕ ਜਾਏਗਾ 2-4 ਇਹ ਸਾਲ ਵੀ ਲਮਕ ਸਕਦਾ, 2 ਸਾਲ ਵੀ ਲਮਕ ਸਕਦਾ, ਤਾਂ ਇਹਦੇ ਨਾਲ ਜਿਹੜਾ ਇਸ ਵਕਤ ਖਤਰਾ ਖੜਾ ਹੋਇਆ, ਇੱਕ ਸੰਕਟ ਪੈਦਾ ਹੋਇਆ, ਉਹ ਟਲ ਜਾਏਗਾ। ਤੇ ਇਹ ਵੀ ਹੋ ਸਕਦਾ ਕਿ ਹੌਲੀ ਹੌਲੀ ਜਦੋਂ ਟਾਈਮ ਲੰਘਦਾ ਤੇ ਉਹਦੇ 'ਚ ਹੋਰ ਬੜੇ ਰਸਤੇ ਨਿਕਲ ਆਉਂਦੇ ਨੇ ਤੇ ਕਈਆਂ ਨੂੰ ਉਸ ਟਾਸਕ ਫੋਰਸ ਦੌਰਾਨ ਆਪਣੀ ਜਾਂਚ ਦੌਰਾਨ ਪਤਾ ਲੱਗ ਜਾਏਗਾ ਕਿ ਉਹਨਾਂ ਦਾ ਕੇਸ ਕਮਜ਼ੋਰ ਹੈ, ਉਹ ਕਿਤੇ ਨਾ ਕਿਤੇ ਫਸ ਰਹੇ ਨੇ, ਹੋ ਸਕਦਾ ਉਹ ਆਪਣਾ ਰਸਤਾ ਆਪ ਚੁਣ ਲੈਣ। ਸੋ ਇਸ ਤਰ੍ਹਾਂ ਦੀ ਇਹ ਕਾਰਵਾਈ ਹੈ। ਇਹ ਇਸ ਕਰਕੇ ਕੋਈ ਜਿਵੇਂ ਕੁਛ ਜਿਵੇਂ ਖਾਸ ਕਰਕੇ ਜਗਮੀਤ ਸਿੰਘ ਨੇ ਮੰਗ ਕੀਤੀ ਸੀ ਕਿ ਜੀ ਸਾਰਿਆਂ ਨੂੰ ਪਾਰਡਨ ਦੇ ਦਿਓ ਤੇ ਸਾਰੇ ਕੇਸ ਬੰਦ ਕਰੋ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਤੇ ਅਗਲਾ ਸਵਾਲ ਵੀ ਮੇਰਾ ਇਹੀ ਸੀ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਜਿਹੜੀ ਹੈ ਉਹ ਆਲਰੇਡੀ ਜਾਂਚ ਕਰ ਰਹੀ ਸੀ ਇਹ ਟਾਸਕ ਫੋਰਸ ਦੀ ਅਨਾਉਂਸਮੈਂਟ ਹੋਣ ਤੋਂ ਪਹਿਲਾਂ ਜਿਹੜੇ ਡਿਪੋਰਟੇਸ਼ਨ ਜਾਂ ਰਿਮੂਵਲ ਆਰਡਰ ਦਿੱਤੇ ਗਏ ਨੇ ਉਹਨਾਂ ਦੀ ਜਾਂਚ ਤੋਂ ਬਾਅਦ ਹੀ ਦਿੱਤੇ ਗਏ ਨੇ, ਜਾਂ ਫਿਰ ਜਿਹੜੇ ਕੁਝ ਕੇਸਿਸ ਟ੍ਰਾਈਬਿਊਨਲ ਦੇ ਅੱਗੇ ਵੀ ਗਏ ਸੀਗੇ। ਸੋ ਇਹ ਜਾਂਚ ਜਿਹੜੀ ਹੈ ਤੁਹਾਨੂੰ ਕੀ ਲੱਗਦਾ ਹੈ ਕਿੱਦਾਂ ਡਿਫਰੈਂਟ ਹੋ ਸਕਦੀ ਹੈ ਪਹਿਲਾਂ ਚੱਲ ਰਹੀ ਜਾਂਚ ਨਾਲੋਂ? ਦੇਖੋ, ਸਮਝ ਤਾਂ ਇਹ 'ਚ ਨਹੀਂ ਆ ਰਿਹਾ ਕੁਝ ਵੀ ਡਿਫਰੈਂਟ ਕਿਵੇਂ ਹੋਏਗੀ, ਕਿਉਂਕਿ ਰੂਲਸ ਤੇ ਉਹੀ ਨੇ ਜੀ। ਫਰਾਡ ਨੂੰ ਜਿਹੜਾ ਡਿਟਰਮਿਨ ਕਰਨ ਦੇ ਰੂਲ ਉਹੀ ਨੇ। ਮੈਨੂੰ ਲੱਗਦਾ ਸਿਰਫ ਇੰਨਾ ਕੀ ਹੋਏਗਾ ਕਿ ਥੋੜਾ ਜਿਹਾ ਟਾਸਕ ਫੋਰਸ ਸਾਰੇ ਕੇਸਿਸ ਨੂੰ ਇਕੱਠੇ ਪ੍ਰਾਇੋਰਟੀ ਬੇਸਿਸ ਤੇ ਲੈ ਲੇਗੀ। ਤੇ ਉਂਝ ਮੈਨੂੰ ਮਤਲਬ ਜੇ ਮੇਰਾ ਪਰਸਨਲ ਸਮਝ ਇਹ ਹੈ ਕਿ ਅਸਲ ਦੇ ਵਿੱਚ ਇਹ ਇੱਕ ਤਰੀਕਾ ਸੀਗਾ ਇਸ ਵੇਲੇ ਜੋ ਕ੍ਰਾਈਸਿਸ ਪੈਦਾ ਹੋਇਆ ਜੀ ਉਹਨੂੰ ਟਾਲਣ ਦਾ, ਉਹਦੇ ਚੋਂ ਨਿਕਲਣ ਦਾ। ਕਿਉਂਕਿ ਦੇਖੋ ਇਹ ਵੀ ਗੱਲ ਸਹੀ ਹੈ ਕਿ ਕੋਈ ਵੀ ਸਰਕਾਰ ਕੋਈ ਇੱਦਾਂ ਬਲੈਂਕਟ ਪਾਰਡਨ ਨਹੀਂ ਕਰ ਸਕਦੀ। ਕੋਈ ਸਰਕਾਰ ਇਸ ਵੇਲੇ ਸਰਕਾਰ ਦੇ ਸਾਹਮਣੇ ਇਹ ਵੀ ਪ੍ਰੈਸ਼ਰ ਹੈ ਕਿਉਂਕਿ ਜਿਹੜਾ ਇਹ ਸਟੂਡੈਂਟ ਵੀਜ਼ਾ ਪ੍ਰੋਗਰਾਮ ਹੈ ਇਹਦੇ 'ਚ ਗੜਬੜਾਂ ਹੋ ਵੀ ਬਹੁਤ ਰਹੀਆਂ ਨੇ ਜੀ। ਸੋ ਸਰਕਾਰ ਲਈ ਇਹ ਵੀ ਸਰਕਾਰ ਸਾਹਮਣੇ 2 ਚੈਲੰਜ ਸੀਗੇ। ਇੱਕ ਪਾਸੇ ਤੇ ਇਹ ਪ੍ਰੈਸ਼ਰ ਸੀਗਾ ਕਿਉਂਕਿ ਵਿਰੋਧੀ ਪਾਰਟੀਆਂ ਨੇ ਵੀ ਇਹ ਸਵਾਲ ਖੜਾ ਕਰ ਲਿਆ ਸੀ, ਜਗਮੀਤ ਸਿੰਘ ਨੇ ਵੀ ਖੜਾ ਕੀਤਾ ਸੀ, ਜਿਹੜੇ ਕੰਜ਼ਰਵੇਟਿਵ ਲੀਡਰ ਨੇ ਉਹ ਵੀ ਕਹਿ ਰਹੇ ਨੇ ਕਿ ਸਰਕਾਰ ਇਸ ਦੇ ਉੱਤੇ ਰੋਕ ਲਾਏ। ਤੇ ਅਸਲ ਦੇ ਵਿੱਚ ਜਿਹੜੇ ਪੀਅਰ ਪੋਲੀ ਹੈ ਉਹ ਇਹੀ ਕਹਿ ਰਹੇ ਸੀ ਕਿ ਕੇਸ ਟੂ ਕੇਸ ਬੇਸਿਸ ਦੇ ਉੱਤੇ ਇਹਦੀ ਸਟੱਡੀ ਹੋਏ ਅਤੇ ਉਨੀ ਦੇਰ ਇਸ ਦੇ ਉੱਤੇ ਰੋਕ ਲੱਗੇ। ਸੋ ਇੱਕ ਕਿਸਮ ਦਾ ਇਹ ਉਹੀ ਕੁਛ ਹੋਇਆ ਤੇ ਇਹਦੇ ਨਾਲ ਜਿਹੜਾ ਸਰਕਾਰ ਦੇ ਸਿਰ ਦੇ ਉੱਤੇ ਖਤਰਾ ਖੜਾ ਸੀਗਾ, ਇੱਕ ਸਿਰਦਰਦੀ ਪੈਦਾ ਹੋਈ ਸੀ, ਉਹ ਉਮੀਦ ਹੈ ਟਲ ਜਾਏਗੀ। ਅਤੇ ਇਹ ਵੀ ਉਮੀਦ ਹੈ ਵੈਸੇ ਜਿਹੜੇ ਬੰਦੇ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਜਾਂ ਕਾਨੂੰਨ ਸਮਝਦੇ ਨੇ ਕਿ ਸ਼ਾਇਦ ਹੌਲੀ ਹੌਲੀ ਇਹ ਮਸਲਾ ਠੰਡੇ ਬਸਤੇ 'ਚ ਪੈ ਜਾਏਗਾ ਤੇ ਹੋ ਸਕਦਾ ਕਿ ਸਿਵਾ ਉਹਨਾਂ ਦੇ ਜਿਨ੍ਹਾਂ ਦੇ ਖਿਲਾਫ ਕੋਈ ਕ੍ਰਿਮੀਨਲ ਕੇਸਿਸ ਵੀ ਹੋਣ। ਕਿ ਇੱਕ ਗੱਲ ਮੈਂ ਜ਼ਰੂਰ ਜੋ ਮੈਨੂੰ ਕਿਸੇ ਨੇ ਕਹੀ ਸਰਕਾਰੀ ਧਿਰ ਵੱਲੋਂ ਕਿ ਜੇ ਹੁਣ ਮੰਨ ਲਿਆ ਕੋਈ ਸਟੂਡੈਂਟ ਹੈ, ਉਹ ਇੱਥੇ ਆ ਕੇ ਉਹਨੇ ਪੜ੍ਹਾਈ ਪੂਰੀ ਕੀਤੀ ਹੈ, ਉਹਦਾ ਬਾਕੀ ਸਾਰਾ ਵਰਤੋਂ ਵਿਹਾਰ ਸਹੀ ਹੈ, ਉਹ ਕੰਮ ਕਰ ਰਿਹਾ, ਉਹ ਟੈਕਸ ਦੇ ਰਿਹਾ ਤੇ ਉਹਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ, ਤਾਂ ਕੁਦਰਤੀ ਹੈ ਕਿ ਇਹ ਉਹਨੂੰ ਇੱਕ ਵੱਖਰੀ ਨਜ਼ਰ ਨਾਲ ਦੇਖਿਆ ਜਾਊਗਾ। ਹਾਂ, ਪਰ ਜੇ ਕੋਈ ਆਇਆ ਤੇ ਉਹਨੇ ਆ ਕੇ ਪੜ੍ਹਾਈ ਕੋਈ ਨਹੀਂ ਕੀਤੀ, ਆਉਣ ਸਾਰੀ ਉਹਨੇ ਕੁਛ ਹੋਰ ਕੰਮ ਸ਼ੁਰੂ ਕਰ ਲਏ, ਕੋਈ LMI ਖਰੀਦ ਲਈ ਜਾਂ ਉਸਨੇ ਉਹਦੇ ਖਿਲਾਫ ਕੋਈ ਕ੍ਰਿਮੀਨਲ ਚਾਰਜਸ ਲੱਗੇ ਹੋਏ ਨੇ, ਉਸ ਤਰ੍ਹਾਂ ਦੇ ਸਟੂਡੈਂਟਸ ਵਾਸਤੇ ਜ਼ਰੂਰ ਪ੍ਰੋਬਲਮ ਹੋਏਗੀ ਜੀ। ਇਹ ਤਾਂ ਅੱਜ ਜਿਹੜੇ ਸ਼ੌਨ ਫਰੇਜ਼ਰ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਉਹਨਾਂ ਦੀ ਸਟੱਡੀ ਵੀਜ਼ਾ ਲੈ ਕੇ ਇੱਥੇ ਆਉਣ ਤੋਂ ਬਾਅਦ ਦੀ ਹਿਸਟਰੀ ਹੈ, ਅੱਗੇ ਕੀ ਹੋਇਆ, ਉਸ ਬਾਰੇ ਵੀ ਚੰਗੀ ਤਰ੍ਹਾਂ ਦੇ ਨਾਲ ਸਕਰੂਟਨਾਈਜ਼ ਉਹ ਚੀਜ਼ ਨੂੰ ਵੀ ਕੀਤਾ ਜਾਊਗਾ। ਖਾਸ ਕਰ ਉਹ ਸਟੂਡੈਂਟਸ ਜਿਹੜੇ ਇੱਥੇ ਆਏ ਪੜ੍ਹਨ ਸੀ ਬਟ ਉਸ ਤੋਂ ਬਾਅਦ ਉਹ ਵਰਕ ਵੱਲ ਚਲੇ ਗਏ, ਸਟੱਡੀ ਛੱਡ ਦਿੱਤੀ, ਉਹਨਾਂ ਨੇ ਕੰਪਲੀਟ ਨਹੀਂ ਕੀਤੀ। ਮਿਨਿਸਟਰ ਨੇ ਇੱਕ ਗੱਲ ਇਹ ਵੀ ਕਹੀ ਹੈ ਕਿ ਸਾਡੀ ਨੌਲੇਜ ਵਿੱਚ ਇਹ ਚੀਜ਼ ਆਈ ਹੈ ਕਿ ਕੁਝ ਬੱਚੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਡਿਪੋਰਟੇਸ਼ਨ ਆਰਡਰ ਉਹਨਾਂ ਨੂੰ ਮਿਲਿਆ ਹੈ, ਕਈ ਆਪਣੀ ਮਰਜ਼ੀ ਨਾਲ ਵੀ ਆਲਰੇਡੀ ਦੇਸ਼ ਛੱਡ ਕੇ ਚਲੇ ਗਏ ਨੇ। ਸੋ ਜਿਹੜੇ ਬੱਚੇ ਚਲੇ ਗਏ ਨੇ ਤੇ ਇਹ ਜਿਹੜਾ ਨਵਾਂ ਹੁਣ ਲਾਅ ਆਏਗਾ, ਟਾਸਕ ਫੋਰਸ ਜਿਹੜਾ ਹੈ ਨਵੇਂ ਜਾਂਚ ਬਣੇਗੀ, ਇਹਦੇ ਨਾਲ ਜਿਹੜੇ ਬੱਚੇ ਆਲਰੇਡੀ ਜਾ ਚੁੱਕੇ ਨੇ ਉਹਨਾਂ ਤੇ ਕੀ ਅਸਰ ਪਏਗਾ? ਦੇਖੋ, ਫਿਲਹਾਲ ਤਾਂ ਇਹ ਹੁਣ ਜਿਹੜੇ ਅੱਜ ਦੀ ਅਨਾਉਂਸਮੈਂਟ ਹੈ ਸਾਰਿਆਂ ਤੇ ਲਾਗੂ ਹੁੰਦੀ ਹੈ। ਹਾਂਜੀ, ਪਰ ਇਹਦੇ 'ਚ ਇੱਕ ਚੀਜ਼ ਸਮਝਣ ਵਾਲੀ ਹੈ ਕਿ ਜਿਹੜਾ ਹੁਣ ਇਸ ਵੇਲੇ ਕੰਟਰੀ ਛੱਡ ਕੇ ਗਿਆ ਉਹਨੇ ਆਲਰੇਡੀ ਆਪਣਾ ਕੇਸ ਤੇ ਥੋੜਾ ਡਾਊਟਫੁਲ ਤੇ ਬਣਾ ਹੀ ਲਿਆ ਨਾ। ਸੋ ਜਦੋਂ ਟਾਸਕ ਫੋਰਸ ਉਹਨਾਂ ਦੇ ਸਾਰੇ ਮਾਮਲੇ 'ਚ ਤੇ ਵਿਚਾਰ ਕਰੇਗੀ ਤੇ ਇਹ ਚੀਜ਼ ਤਾਂ ਉਹਨਾਂ ਦੇ ਖਿਲਾਫ ਜਾਏਗੀ ਨਾ ਜੀ। ਸੋ ਇਹ ਚੀਜ਼ ਉਹਨਾਂ ਨੂੰ ਭਾਵੇਂ ਇਹਦੇ ਬਾਰੇ ਕੋਈ ਸਿੱਧੇ ਰੂਪ 'ਚ ਨਹੀਂ ਕਿਹਾ, ਪਰ ਜੋ ਫਰੇਮਵਰਕ ਲੱਗਦਾ ਹੈ
ਉਹਦੇ 'ਚ ਇਹ ਚੀਜ਼ ਤਾਂ ਉਹਦੇ ਖਿਲਾਫ ਜਾਏਗੀ ਨਾ ਕਿ ਉਹ ਕਿਉਂ ਛੱਡ ਕੇ ਬਾਹਰ ਗਿਆ। ਜੀ, ਤੇ ਸ਼ਮੀਲ ਜੀ, ਸ਼ੌਨ ਫਰੇਜ਼ਰ ਜਿਹੜੇ ਮਿਨਿਸਟਰ ਨੇ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਹੈ ਕਿ ਇਮੀਗ੍ਰੇਸ਼ਨ ਦੇ ਵਿੱਚ ਕੈਨੇਡਾ ਦਾ ਜਿਹੜਾ ਓਵਰਆਲ ਇਮੀਗ੍ਰੇਸ਼ਨ ਸਿਸਟਮ ਹੈ ਉਹਦੇ ਵਿੱਚ ਵੀ ਕੁਝ ਸੁਧਾਰ ਦੀ ਲੋੜ ਹੈ। ਸੋ ਕੀ ਇੰਪਰੂਵਮੈਂਟਸ ਹੋਣੀਆਂ ਚਾਹੀਦੀਆਂ ਨੇ ਭਵਿੱਖ ਵਿੱਚ? ਦੇਖੋ, ਇੰਪਰੂਵਮੈਂਟ ਤੇ ਬਹੁਤ ਹੋਣੀਆਂ ਚਾਹੀਦੀਆਂ ਨੇ। ਇਹਦੇ ਬਾਰੇ ਥੋੜਾ ਜਿਹਾ ਉਹਨਾਂ ਨੇ ਇਸ਼ਾਰਾ ਕੀਤਾ, ਖਾਸ ਕਰਕੇ ਜਿਵੇਂ ਸਟੂਡੈਂਟ ਵੀਜ਼ਾ ਪ੍ਰੋਗਰਾਮ ਦੀ ਜੇ ਆਪਾਂ ਚਲੋ ਗੱਲ ਕਰ ਲਈਏ, ਇਹਦੇ 'ਚ ਵੀ ਬਹੁਤ ਜ਼ਿਆਦਾ ਗੜਬੜਾਂ ਨੇ। ਤੇ ਉਹਨਾਂ ਨੇ ਇਸ਼ਾਰਾ ਜ਼ਰੂਰ ਕੀਤਾ ਇਹੋ ਜਿਹਾ, ਪਰ ਉਹ ਕਿੰਨਾ ਕੁ ਕਰ ਸਕਣਗੇ, ਕਿੰਨਾ ਕੁ ਹੋ ਪਾਏਗਾ, ਕਿੰਨੀ ਕੁ ਸਿਰਫ ਅਨਾਉਂਸਮੈਂਟ ਰਹਿ ਜਾਏਗੀ, ਇਹ ਹੁਣ ਦੇਖਣਾ ਬਣਦਾ, ਕਿਉਂਕਿ ਪ੍ਰੈਕਟੀਕਲ ਲੈਵਲ ਤੇ ਚੈਲੰਜਸ ਬੜੇ ਨੇ। ਜਿਵੇਂ ਸਾਰੇ ਫੈਸਲੇ ਫੈਡਰਲ ਗਵਰਨਮੈਂਟ ਨਹੀਂ ਲੈ ਸਕਦੀ, ਜਿਹੜੇ ਕਾਲਜਸ ਨੇ ਉਹ ਪ੍ਰੋਵਿੰਸ਼ੀਅਲੀ ਰੈਗੂਲੇਟਡ ਨੇ, ਤੇ ਬਹੁਤ ਕੁਛ ਹੈ ਇਹਦੇ ਇਸ ਸਾਰੇ ਤੰਤਰ ਦੇ 'ਚ। ਸੋ ਇਹਦੇ ਕਰਕੇ ਕਿੰਨੇ ਕੁ ਸੁਧਾਰ ਹੋ ਸਕਣਗੇ ਇਹ ਤਾਂ ਕਹਿਣਾ ਮੁਸ਼ਕਲ ਹੈ। ਇੰਨਾ ਕੁ ਜ਼ਰੂਰ ਵੈਸੇ ਕੁਝ ਲੋਕ ਸਮਝਦੇ ਨੇ ਕਿ ਜਿਹੜਾ ਸਾਰਾ ਇਹ ਐਪੀਸੋਡ ਹੋਇਆ ਸਟੂਡੈਂਟ ਵਾਲਾ, ਇਹਨੇ ਥੋੜਾ ਜਿਹਾ ਇੱਕ ਝੰਜੋੜਾ ਜਿਹਾ ਜ਼ਰੂਰ ਦਿੱਤਾ, ਤੇ ਹੋ ਸਕਦਾ ਕਿ ਇਹ ਜਿਹੜੇ ਸਟੂਡੈਂਟ ਵੀਜ਼ਾ ਪ੍ਰੋਗਰਾਮ 'ਚ ਕੁਝ ਸੁਧਾਰ ਹੁਣ ਹੋਣੇ ਚਾਹੀਦੇ ਸੀ, ਤਾਂ ਹੋ ਸਕਦਾ ਇਹਦੇ ਨਾਲ ਉਸ ਪਾਸੇ ਨੂੰ ਗੱਲ ਤੁਰ ਪਵੇ। ਪਰ ਅਜੇ ਇਹਦੇ ਬਾਰੇ ਫਿਲਹਾਲ ਕਹਿਣਾ ਬੜਾ ਮੁਸ਼ਕਿਲ ਹੈ, ਕਿਉਂਕਿ ਕਈ ਵਾਰ ਅਨਾਉਂਸਮੈਂਟਾਂ ਸਿਰਫ ਅਨਾਉਂਸਮੈਂਟਸ ਹੀ ਰਹਿ ਜਾਂਦੀਆਂ ਨੇ ਤੇ ਮੁੜ ਕੇ ਉਹਨਾਂ ਦੇ ਉੱਤੇ ਕੋਈ ਬਹੁਤ ਜ਼ਿਆਦਾ ਕਾਰਵਾਈ ਨਹੀਂ ਹੁੰਦੀ। ਜੀ, ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਡਿਸਕਸ਼ਨ ਹੈ ਸਾਰਿਆਂ ਨੂੰ ਬਹੁਤ ਪਸੰਦ ਆਈ ਹੋਊਗੀ। ਸ਼ਮੀਲ ਜੀ, ਬਹੁਤ ਬਹੁਤ ਸ਼ੁਕਰੀਆ। ਵਿਰੋਧੀ ਪਾਰਟੀਆਂ ਨੇ ਜਿਹੜੀਆਂ ਸਰਕਾਰ ਦੀਆਂ, ਉਹਨਾਂ ਵੱਲੋਂ ਵੀ ਕਾਫੀ ਕ੍ਰਿਟਿਸਿਜ਼ਮ ਹੁੰਦਾ ਹੈ ਕਿ ਸਰਕਾਰ ਨੂੰ ਫਰਸਟ ਸਟੈਪ ਤੇ ਹੀ ਧਿਆਨ ਰੱਖਣਾ ਚਾਹੀਦਾ ਸੀ ਤਾਂ ਕਿ ਆ ਜਿਹੜੀ ਹੁਣ ਨੌਬਤ ਹੈ ਇਹ ਨਾ ਆਉਂਦੀ। ਸੋ ਉਮੀਦ ਹੈ ਕਿ ਜਿਹੜੇ ਸੁਧਾਰ ਦੀ ਲੋੜ ਹੈ ਉਹ ਸਰਕਾਰ ਜ਼ਰੂਰ ਕਰੇਗੀ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।